ਵੱਡਾ ਸਮਾਗਮ ਸੰਤ ਮਹਾਰਾਜ ਯਾਦ ਦੇ ਅੰਦਰ ਇੰਗਲੈਂਡ ਦੇ ਵਿੱਚ ਹੋਵੇਗਾ। ਸੋ ਹੁਣ ਤੋਂ ਬਾਅਦ ਥਾਂ ਥਾਂ 'ਤੇ ਸਮਾਗਮ ਬਰਸੀ ਦੇ ਮਨਾਏ ਜਾਣੇ ਨੇ। ਆਓ ਪਿਛਲੀ 21 ਤਰੀਕ ਤੋਂ ਲੈ ਕੇ ਲਗਾਤਾਰ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਰੋਜ਼ਾਨਾ ਹੀ ਆ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸਿੰਘ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜੇ ਸਮੇਂ ਤੋਂ ਸਮਾਂ ਕੱਢ ਕੇ ਸੰਗਤ ਦੇ ਦਰਸ਼ਨ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਦਰਸ਼ਨ ਦੇਣ ਵਾਸਤੇ ਆਏ ਹਨ। ਮੈਂ ਬੇਨਤੀ ਸਮਝਣਗੇ ਕਿਉਂਕਿ ਉਹਨਾਂ ਦੇ ਸਮੇਂ ਦੀ ਕੋਈ ਪਾਬੰਦੀ ਨਹੀਂ ਅਤੇ ਨਾ ਹੀ ਸਮੇਂ ਦੀ ਕਿ ਆਪਣੇ ਕੋਲ ਇੱਦਾਂ ਦੀ ਦਿੱਕਤ ਹੈ। ਸਿੰਘ ਸਾਹਿਬ ਜੀ ਜਿੰਨਾ ਟਾਈਮ ਠੀਕ ਸਮਝਣਗੇ ਆਪ ਸਾਰੀਆਂ ਸੰਗਤਾਂ ਨੂੰ ਵਡਮੁੱਲੇ ਬਚਨਾਂ ਦੁਆਰਾ ਨਿਹਾਲ ਕਰਕੇ ਸੰਤ ਬਾਬਾ ਈਸ਼ਰ ਸਿੰਘ ਰਾਣਾ ਸਾਹਿਬ ਵਾਲਿਆਂ ਨੂੰ ਉਹਨਾਂ ਦੀ 47ਵੀਂ ਸਾਲਾਨਾ ਬਰਸੀ 'ਤੇ ਸ਼ਰਧਾ ਔਰ ਸਤਿਕਾਰ ਭੇਟ ਕਰਨਗੇ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ। ਵਾਹਿਗੁਰੂ ਜੀ। ਦੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸੰਗਤ ਜੀ, ਸਭ ਤੋਂ ਪਹਿਲਾਂ ਸਰਬੰਸ ਸਦਾਨੀ ਅਮਰ ਵਿਭਾਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਅਪਾਰ ਕਿਰਪਾ ਦੇ ਨਾਲ ਅੱਜ ਆਪਾਂ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਦੀ 47ਵੀਂ ਯਾਦ ਦੇ ਸੰਬੰਧ ਦੇ ਵਿੱਚ ਹੋ ਰਹੇ ਸਮਾਗਮਾਂ ਦੀ ਹਾਜ਼ਰੀਆਂ ਭਰ ਰਹੇ ਹਾਂ। ਮੇਰੇ ਤੋਂ ਪਹਿਲਾਂ ਬਾਬਾ ਜੀ ਨੇ ਕੀਰਤਨ ਕਰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚੋਂ ਇੱਕ ਪੰਕਤੀ ਪੜ੍ਹੀ ਬਾਣੀ ਨੇ। ਆਪ ਮੁਕਤ ਮੁਕਤ ਪਰੈ ਸੰਸਾਰ, ਨਾਨਕ ਕਿਸ ਜਨ ਕੋ ਸਦਾ ਨਮਸਕਾਰ। ਉਸ ਜਨ ਨੂੰ ਹਮੇਸ਼ਾ ਹੀ ਪ੍ਰਣਾਮ ਹੈ, ਹਮੇਸ਼ਾ ਹੀ ਨਮਸਕਾਰ ਹੈ ਜਿਹੜਾ ਆਪ ਮੁਕਤ ਹੈ ਤੇ ਸੰਸਾਰ ਨੂੰ ਮੁਕਤ ਕਰਨ ਦੀ ਸਮਰੱਥਾ ਵੀ ਰੱਖਦਾ। ਆਪ ਮੁਕਤ ਹੈ ਤੇ ਸੰਸਾਰ ਨੂੰ ਮੁਕਤ ਕਰਨ ਦੀ ਸਮਰੱਥਾ ਰੱਖਦਾ। ਹੁਣ ਗੁਰੂ ਪਿਆਰੀ ਨੇ ਝਾਤ ਮਾਰੀ ਸੰਸਾਰ ਦੇ ਅੰਦਰ, ਜਗਤ ਦੇ ਅੰਦਰ ਕਿ ਪੁਰਖ ਕਿਹੜਾ ਹੈ ਜਿਹੜਾ ਆਪ ਮੁਕਤ ਹੈ ਤੇ ਮੁਕਤ ਕਰਨ ਦੀ ਸਮਰੱਥਾ ਰੱਖਦਾ। ਸਭ ਤੋਂ ਵੱਡਾ ਪੁਰਖ, ਐਸੀ ਕਲਾ ਦਾ ਧਾਰਨੀ ਜੇ ਕੋਈ ਹੈ ਤੇ ਸਰਵ ਪ੍ਰਥਮ ਅਕਾਲ ਪੁਰਖ ਆਪ ਹੈ। ਅਕਾਲ ਪੁਰਖ ਆਪ ਹੈ। ਅਕਾਲ ਪੁਰਖ ਤੋਂ ਬਿਨਾਂ ਹੋਰ ਕੌਣ ਐਸੀ ਸਮਰੱਥਾ ਰੱਖਣ ਵਾਲਾ? ਹੋਰ ਵੀ ਕੋਈ ਪੁਰਖ
है गुरु प्यारे। वो कौन है? वो है गुरु। गुरु भी ऐसी ताकत, ऐसी शक्ति का धारनी है, सारे संसार का कल्याण करने की समर्था रखता है। हुण एक अकाल पुरख है, दूसरा गुरु है, और भी कोई है? और भी है। वो कौन है? वो पुरख है जिहड़ा गुरु नाल मिल के अकाल पुरख च अभेद हो गया। जिहड़ा गुरु नाल मिल के, गुरु नाल जुड़ के अकाल पुरख च अभेद हो गया है, वो गुरु प्यारे। ਉਹਨੂੰ ਤੁਸੀਂ ਸਿੱਖ ਕਹਿ ਲਓ, ਉਹਨੂੰ ਤੁਸੀਂ ਸੰਤ ਕਹਿ ਲਓ, ਸਾਧੂ ਕਹਿ ਲਓ, ਜਨ ਕਹਿ ਲਓ, ਭਗਤ ਕਹਿ ਲਓ, ਦਾਸ ਕਹਿ ਲਓ, ਗਿਆਨੀ ਕਹਿ ਲਓ, ਕੁਝ ਕਹਿ ਲਓ। ਤਿੰਨ ਹਸਤੀਆਂ, ਅਕਾਲ ਪੁਰਖ, ਗੁਰੂ ਤੇ ਉਹ ਜਾਨ, ਉਹ ਸੇਵਕ, ਉਹ ਸੰਤ ਜਿਹੜਾ ਗੁਰੂ ਨਾਲ ਜੁੜਿਆ ਹੈ, ਤੇ ਗੁਰੂ ਨਾਲ ਜੁੜ ਕੇ ਜਿਹਨੇ ਅਕਾਲ ਪੁਰਖ ਦੇ ਨਾਲ ਅਭੇਦਤਾ ਪ੍ਰਾਪਤ ਕਰਨੀ, ਅਭੇਦਤਾ ਪ੍ਰਾਪਤ ਕਰਨੀ। ਉਹ ਕੌਣ ਹੈ? ਉਹ ਮੁਕਤ ਹੈ, ਆਪ ਮੁਕਤ। ਉਹ ਮੁਕਤ ਹੁਣ ਗੁਰ ਪਿਆਰਿਓ ਬਾਕੀ ਕੀ ਹੈ? ਫਿਰ बाकी बंधन असी संसारी लोग बंधन असी संसारी लोग इन्हां बंधनां दे विचों मुक्त होण दे लई यतनशील हाँ। बंधन कादे? सवाल पैदा होंदा है गुरु प्यारियों कि बंधन कादे? कोई आ संसारी लोहे दे संगल नहीं पए होए, लोहे के संगलों तो नहीं बने, ना रस्सियां नाल बने। फिर असीं बने कादे नाल? कादे बंधन है? सब तो वड्डा जिहड़ा बंधन है ना गुरु प्यारे, जिहड़ा सानूं पिया होया है, वो है जन्म मरण का बंधन। जन्म मरण का बंधन। और जन्म मरण के इस बंधन दे विच असीं इंसान ही नहीं, पशु भी बंधे, पंछी भी बंधे। इतों तक गुरु प्यारे सूरज, चंद, तारे, नदियां, नाले ते पहाड़ भी बंधे, सब बंधे है जन्म मरण के बंधन। इन्हां जन्म मरण के बंधनों तो अलावा होर भी बंधन है गुरु प्यारे। वो किहड़े बंधन है? वो है विकारां के बंधन, काम, क्रोध, लोभ, मोह, हंकार, ईर्खा, निंदया, चुगली, सारा द्वेष के बंधन। असी इन्हां बंधनां दे विच बंधे होए हैं गुरु प्यारे। वाहिगुरु इन्हां बंधनां च नहीं है, गुरु इन्हां बंधनां च नहीं है, ते वो पुरख भी इन्हां बंधनां च नहीं है जिहड़े गुरु नाल जुड़ के अकाल पुरख च अभेद हो। ऐसे पुरख ही याद की जाते हैं, याद रखते हैं। ऐसे पुरख ही याद रखे जाते हैं, याद किए जाते हैं, बाकी याद नहीं किए जाते संसार में। बाकियां तो परिवार नहीं याद करता। बंदा चलाना कर जाता है, तो वो चलाने तो बाद उसका जिहड़ा परिवार है ना, वो साल बाद या पौने साल बाद पाठ रखवा के ना अपने घरे भोग पवा देता है, अरदास करा। जिहदा बहुता ही मोह होंदा ना गुरु प्यारियों, वो परिवार साल बाद पाठ रखता है, साल बाद। पर वो जिहड़ा पुत्र होंदा ना, साल बाद पाठ रखाउंदा है और हर साल रखाउंदा है। जो वो चलाना कर जाता है, फिर वह अगां जो पुत्र होंगे ना गुरु प्यारे, वो फिर दादे का पाठ करना बंद कर देता है, वो अपने पिता का पाठ करता है। जे वो नहीं बंद करता तो फिर पुत्रा बंद कर देता।
ਬੰਧਨਾਂ ਦੇ ਵਿੱਚ ਪਏ ਹੋਏ ਨੂੰ ਯਾਦ ਨਹੀਂ ਕੀਤਾ ਜਾਂਦਾ ਗੁਰੂ ਪਿਆਰਿਓ। ਜੇ ਪਰਿਵਾਰ ਯਾਦ ਕਰਦਾ ਨਾ ਇਸ ਲਈ ਕਿ ਸਾਨੂੰ ਜ਼ਮੀਨ ਦੇ ਕੇ ਗਿਆ, ਜਾਇਦਾਦ ਦੇ ਕੇ ਗਿਆ, ਸਾਨੂੰ ਪੈਦਾ ਕਰਕੇ ਗਿਆ, ਤੇ ਵੱਧ ਤੋਂ ਵੱਧ ਗੁਰੂ ਪਿਆਰਿਓ ਉਹ ਕੁਝ ਸਮੇਂ ਲਈ ਯਾਦ ਰੱਖਦਾ, ਕੁਝ ਵਕਤ ਲਈ ਯਾਦ ਰੱਖਦਾ, ਹਮੇਸ਼ਾ ਯਾਦ ਨਹੀਂ ਰੱਖਿਆ ਜਾਂਦਾ ਔਰ ਸਾਰਿਆਂ ਵੱਲੋਂ ਯਾਦ ਨਹੀਂ ਰੱਖਿਆ। ਜਿਨ੍ਹਾਂ ਮਹਾਂਪੁਰਖਾਂ ਦੀ ਅੱਜ ਆਪਾਂ 47 ਦੀ ਯਾਦ ਮਨਾ ਰਹੇ, ਕੇਵਲ ਪਰਿਵਾਰ ਨਹੀਂ ਮਨਾ ਰਿਹਾ, ਸਾਰੇ ਮਨਾ ਔਰ ਮਨਾਉਂਦੇ ਰਹਿਣਾ। ਕਿਉਂ ਮਨਾਉਂਦੇ ਰਹਿਣੇ? ਕਿਉਂਕਿ ਯਾਦਾਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ, ਦਿਨ ਉਹਨਾਂ ਦੇ ਮਨਾਏ ਜਾਂਦੇ ਨੇ ਜਿਹੜੇ ਲੋਕ ਬੰਧਨਾਂ ਤੋਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਭਜਨ ਹੈ ਗੁਰੂ ਪਿਆਰੀ ਬਾਣੀ ਦੇ ਵਿੱਚ। ਉਹ ਕਹਿੰਦੇ ਜਿਹੜਾ ਮੁਕਤ ਹੁੰਦਾ ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਜਿਹੜਾ ਮੁਕਤ ਹੁੰਦਾ ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਪਹਿਲੀ ਨਿਸ਼ਾਨੀ ਹੈ। ਕਹਿੰਦੇ ਉਹ ਮਨੁੱਖ ਜਿਹੜਾ ਨਾ ਉਹ ਮਨੁੱਖ ਉਹ ਦੁੱਖ ਨੂੰ ਦੁੱਖ ਨਹੀਂ ਸਮਝਦਾ, ਤੇ ਜਿਹੜਾ ਮਨੁੱਖ ਦੁੱਖ ਨੂੰ ਦੁੱਖ ਨਹੀਂ ਸਮਝਦਾ ਸਮਝੋ ਮੁਕਤ ਹੈ ਗੁਰੂ ਪਿਆਰੇ। ਪਰ ਅਸੀਂ ਤਾਂ ਦੁੱਖ ਨੂੰ ਦੁੱਖ ਸਮਝਦੇ, ਚੀਕਾਂ ਵੱਜਣ ਲੱਗ ਜਾਂਦੀਆਂ ਗੁਰੂ ਪਿਆਰੀ ਜਦੋਂ ਜ਼ਿੰਦਗੀ 'ਚ ਦੁੱਖ ਆ ਜਾਂਦਾ ਹੈ। ਕਈ ਤਾਂ ਅਜਿਹੇ ਵੀ ਦੇਖੇ ਜਦੋਂ ਦੁੱਖ ਆ ਜਾਂਦਾ ਨਾ, ਗੁਰੂ ਨਾਨਕ ਸਾਹਿਬ ਦਾ ਦਰ ਛੱਡ ਕੇ ਗੁਰੂ ਪਿਆਰਿਓ ਕਿਸੇ ਹੋਰ ਮਾਰਗ 'ਤੇ ਤੁਰ ਪੈਂਦੇ, ਕਿਸੇ ਹੋਰ ਰਾਹ 'ਤੇ ਤੁਰ ਪੈਂਦੇ। ਅੱਜ ਕੱਲ੍ਹ ਹੋਕੇ ਦੇਈ ਜਾਂਦੇ ਆ, ਸਾਡੇ ਕੋਲੇ ਆ ਜਾਓ ਅਸੀਂ ਦੁੱਖ ਦੂਰ ਕਰ ਦਿਆਂਗੇ, ਕੈਂਸਰ ਦੂਰ ਕਰ ਦਿਆਂਗੇ, ਲੱਤਾਂ ਠੀਕ ਕਰ ਦਿਆਂਗੇ, ਬਾਹਾਂ ਠੀਕ ਕਰ ਦਿਆਂਗੇ, ਗਰੀਬੀ ਘਰੋਂ ਕੱਢ ਦਿਆਂਗੇ। ਹਾਲਾਂਕਿ ਨਿਕਲਦਾ ਨਾ ਕੈਂਸਰ ਦੂਰ ਹੁੰਦਾ ਹੈ, ਨਾ ਲੱਤਾਂ ਠੀਕ ਹੁੰਦੀਆਂ ਕੁਛ ਨਹੀਂ ਗੁਰੂ ਪਿਆਰਿਓ। ਪਰ ਜਿਹੜੇ ਕਮਜ਼ੋਰ ਲੋਕ ਹੁੰਦੇ ਆ ਨਾ, ਕਮਜ਼ੋਰ ਲੋਕ ਉਹ ਚਲੇ ਜਾਂਦੇ ਆ, ਪਰ ਉਹ ਗਰੀਬੀ ਤਾਂ ਨਿਕਲਦੀ ਨਹੀਂ, ਸਗੋਂ ਜਿਹੜੇ ਕੋਲ 4 ਪੈਸੇ ਹੁੰਦੇ ਆ ਉਹ ਵੀ ਲੁਟਾਏ ਹੁੰਦੇ। ਕਿਉਂ? ਕਿਉਂਕਿ ਬੰਦੇ ਹੋਏ ਆ ਵਿਚਾਰੇ, ਦੁੱਖ ਨੂੰ ਦੁੱਖ ਸਮਝਦੇ ਆ, ਛੋਟੇ ਜਿਹੇ ਦੁੱਖ ਨੂੰ ਵੱਡਾ ਸਮਝਦੇ ਆ। ਪਰ ਜਿਹੜਾ ਬੰਧਨਾਂ ਤੋਂ ਮੁਕਤ ਹੈ ਨਾ ਗੁਰੂ ਪਿਆਰਿਓ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਉਹ ਦੁੱਖ ਨੂੰ ਦੁੱਖ ਨਹੀਂ ਸਮਝਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਕਿੰਨੀ ਕਮਾਲ ਦੀ ਗੱਲ ਕੀਤੀ ਹੈ ਮਹਾਰਾਜ ਨੇ, ਕਹਿੰਦੇ ਮਿੱਟੀ ਤੇ ਸੋਨੇ ਨੂੰ ਸਮਾਨ ਸਮਝਦਾ ਅਸੀਂ ਤਾਂ ਨਹੀਂ। ਸਾਡੀ ਨਜ਼ਰ 'ਚ ਮਿੱਟੀ ਦੀ ਵੈਲਿਊ ਹੋਰ ਹੈ, ਸੋਨੇ ਦੀ ਵੈਲਿਊ। ਕਿਉਂਕਿ ਅਸੀਂ ਮੁਕਤ ਨਹੀਂ ਹਾਂ, ਅਸੀਂ ਮੁਕਤ ਨਹੀਂ ਹੈ। ਸੋਨੇ ਦੀ ਵੈਲਿਊ ਹੋਰ ਹੈ, ਮਿੱਟੀ ਦੀ ਵੈਲਿਊ ਹੋਰ ਹੈ। ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਇੱਕ ਵਾਰ ਕਸ਼ਮੀਰ ਤੋਂ ਸੰਗਤ ਆਈ। ਕਹਿਣ ਲੱਗੀ ਮਹਾਰਾਜ ਸਾਡੀ ਇੱਛਾ ਹੈ ਕਿ ਇੱਕ ਵਾਰੀ ਫੇਰ ਕਸ਼ਮੀਰ ਦਾ ਦੌਰਾ ਕਰੋ। ਉਸ ਤੋਂ ਪਹਿਲਾਂ ਇੱਕ ਵਾਰ ਸਤਿਗੁਰੂ ਜੀ ਕਸ਼ਮੀਰ ਜਾਇਆ ਹੈ। ਸਤਿਗੁਰੂ ਜੀ ਇੱਕ ਵਾਰ ਫੇਰ ਕਸ਼ਮੀਰ ਦਾ ਦੌਰਾ ਕਰੋ, ਸੰਗਤਾਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵੇਲੇ ਹਰਗੋਬਿੰਦਪੁਰੇ ਦੀ ਧਰਤੀ 'ਤੇ ਬਹਿ ਕੇ ਪਹਿਲੀ ਜਿਹੜੀ ਹਰਗੋਬਿੰਦਪੁਰੇ ਦੀ ਦੂਜੀ ਜੰਗ ਹੈ ਨਾ ਉਹ ਲੜ ਕੇ ਹਟੇ। ਸ੍ਰੀ ਹਰਗੋਬਿੰਦਪੁਰੇ ਦੀ ਧਰਤੀ 'ਤੇ ਸਤਿਗੁਰੂ ਜੀ ਬੈਠੇ ਸੀ। ਜਦੋਂ ਕਸ਼ਮੀਰ ਦੀ ਸੰਗਤ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਇੱਕ ਵਾਰੀ ਫੇਰ ਕਸ਼ਮੀਰ ਫੇਰਾ ਪਾਓ। ਮਹਾਰਾਜ ਕਹਿਣ ਲੱਗੇ ਭਾਈ ਸਾਡਾ ਜਾਣਾ ਜਿਹੜਾ ਨਾ ਹੁਣ ਦੂਜੀ ਵਾਰੀ ਮੁਨਾਸਬ ਨਹੀਂ ਹੈ, ਪਰ ਜੇਬੇ ਬਹੁਤ ਜ਼ਿਆਦਾ ਨਹੀਂ। ਕਹਿੰਦੇ ਮਹਾਰਾਜ ਇੱਕ ਵਾਰੀ ਚੱਲ ਜ਼ਰੂਰ ਪਾਓ, ਸੰਗਤਾਂ ਤੁਹਾਨੂੰ ਉਡੀਕਦੀਆਂ ਨੇ, ਸੰਗਤਾਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਨੇ। ਸਤਿਗੁਰੂ ਜੀ ਕਹਿਣ ਲੱਗੇ ਚਲੋ ਭਾਈ ਆਓ ਕਰਦੇ ਹਾਂ ਅਸੀਂ ਇੱਕ ਸਿੱਖ ਭੇਜੀਏ, ਉਹਨੂੰ ਸਾਡਾ ਰੂਪ ਕਰਕੇ ਚੱਲਣਾ, ਉਹ ਸਾਡੇ ਹੀ ਬਚਨ ਸੁਣਾਊਗਾ। ਜਿਹੜੇ ਉਹ ਬਚਨ ਸੁਣਾਊਗਾ ਨਾ ਸਮਝ ਲਓ ਸਾਡੇ ਬਚਨ ਹੈ, ਤੁਸੀਂ ਉਹਨਾਂ ਬਚਨਾਂ ਨੂੰ ਮੰਨਣਾ। ਕਹਿੰਦੇ ਠੀਕ ਹੈ ਮਹਾਰਾਜ ਕਿਹਨੂੰ ਭੇਜੋਗੇ? ਕਹਿੰਦੇ ਭਾਈ ਗੜੀਆ ਜੀ ਤੁਹਾਡੇ ਨਾਲ ਜਾਣਗੇ। ਭਾਈ ਗੜੀਆ ਜੀ ਨੂੰ ਭਾਈ ਗੜੀਆ ਜੀ ਕਸ਼ਮੀਰ ਦੇ ਵਿੱਚ ਚਲੇ ਗਏ, ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ। ਉੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ। ਜਦੋਂ ਉਹਨੂੰ ਪਤਾ ਲੱਗਿਆ ਕਿ ਇੱਕ ਸਿੱਖ ਸਾਧੂ ਆਇਆ, ਉਹ ਮਿਲ ਚਲਾ ਗਿਆ।
ਭਾਈ ਗੜੀਆ ਜੀ ਨੂੰ ਜਦੋਂ ਮਿਲਿਆ ਤੇ ਇੰਨਾ ਪ੍ਰਭਾਵਿਤ ਹੋਇਆ ਗੱਲਾਂ ਤੋਂ ਕਿ ਉਸ ਫਕੀਰ ਦੀ ਭਾਈ ਗੜੀਆ ਜੀ ਦੇ ਨਾਲ ਦੋਸਤੀ ਪੈ ਗਈ। ਉਹਨੇ ਰੱਬ ਦੇ ਭਗਤ ਕਦੇ ਕਦੇ ਸਮਾਂ ਮਿਲਿਆ ਕਰੇ ਭਾਈ ਗੜੀਆ ਜੀ ਫਕੀਰ ਦੀ ਕੁਟੀਆ 'ਚ ਚਲੇ ਜਾਇਆ ਕਰਦੇ, ਕਦੇ ਕਦੇ ਸਮਾਂ ਮਿਲਿਆ ਕਰੇ ਫਕੀਰ ਭਾਈ ਗੜੀਆ ਜੀ ਕੋਲ ਚਲਾ ਜਾਇਆ ਕਰੇ, ਗੱਲਾਂ ਬਾਤਾਂ ਕਰਿਆ ਕਰਨ ਰੱਬ ਦੇ ਘਰ। ਇੱਕ ਦਿਨ ਭਾਈ ਗੜੀਆ ਜੀ ਫਕੀਰ ਨੂੰ ਮਿਲਣ ਗਏ ਤੇ ਜਦੋਂ ਫਕੀਰ ਨੂੰ ਮਿਲ ਕੇ ਤੁਰਨ ਲੱਗੇ ਨਾ ਤੇ ਫਕੀਰ ਜਿਹੜਾ ਸੀ ਭਾਈ ਗੜੀਆ ਜੀ ਨੂੰ ਛੱਡਣ ਵਾਸਤੇ ਨਾਲ ਤੁਰ ਪਿਆ। ਅਸੀਂ ਜਿਹਦਾ ਸਤਿਕਾਰ ਕਰਦੇ ਹਾਂ ਨਾ ਗੁਰੂ ਪਿਆਰੇ ਨੂੰ, ਉਹਨੂੰ ਘਰ ਦੇ ਬੂਹੇ ਤੱਕ ਛੱਡਣ। ਜੇ ਹੋਰ ਜ਼ਿਆਦਾ ਸਤਿਕਾਰ ਹੁੰਦਾ ਤੇ ਫਿਰ ਘਰ ਦੇ ਬੂਹੇ ਤੋਂ ਵੀ ਅੱਗੇ ਥੋੜ੍ਹੀ ਦੂਰ ਹੋਰ ਛੱਡਣ। ਉਹਦੇ ਮਨ 'ਚ ਭਾਈ ਗੜੀਆ ਜੀ ਦਾ ਸਤਿਕਾਰ ਸੀ। ਉਹ ਭਾਈ ਗੜੀਆ ਜੀ ਨੂੰ ਕਾਫੀ ਦੂਰ ਤੱਕ ਛੱਡਣ ਵਾਸਤੇ ਤੁਰ ਪਿਆ। ਪਿੱਛੇ ਪਿੱਛੇ ਜਾ ਰਿਹਾ ਫਕੀਰ ਤੇ ਕੀ ਦੇਖਦਾ, ਭਾਈ ਗੜੀਆ ਜੀ ਦੇ ਪੈਰਾਂ 'ਚ ਜੁੱਤੀ ਪਾਈ ਹੈ, ਜੁੱਤੀ ਟੁੱਟੀ ਹੋਈ ਹੈ ਤੇ ਟੁੱਟੀ ਜੁੱਤੀ ਦੇ ਨਾਲ ਮਿੱਟੀ ਉੱਡ ਕੇ ਭਾਈ ਗੜੀਆ ਜੀ ਦੇ ਉਂਗਲੀਆਂ ਦੇ ਪੈ ਗਈ। ਇਹ ਫਕੀਰ ਜਿਹੜਾ ਸੀ ਮਨ ਸੋਚਣ ਲੱਗਿਆ, ਕਹਿੰਦਾ ਦੇਖੋ ਕਿੱਡਾ ਬ੍ਰਹਮ ਗਿਆਨੀ ਪੁਰਖ ਹੈ, ਕਿੱਡਾ ਸਭ ਪੁਰਖ ਹੈ, ਇਹਦੀ ਸੇਵਾ ਕਰਨੀ ਚਾਹੀਦੀ ਹੈ। ਕਿਤੇ ਬੰਦਗੀ ਵਾਲੇ ਪੁਰਖ ਦੀ ਇਹ ਬੁੱਧੀ ਨਵੀਂ ਲੈ ਕੇ ਦੇਣੀ। ਅਗਾਂਹ ਮੈਂ ਜਾਣਾ ਦੂਰ ਤੱਕ, ਅੱਗੇ ਕੋਈ ਬਾਜ਼ਾਰ ਆਇਆ, ਦੁਕਾਨ ਆਇਆ, ਉੱਥੋਂ ਇਹਨਾਂ ਨੂੰ ਮੈਂ ਜੁੱਤੀ ਖਰੀਦ ਕੇ ਦੇਵਾਂਗਾ। ਕਿੱਥੇ ਜੁੱਤੀ ਪਾਈ ਉੱਥੋਂ ਅੱਗੇ ਤੁਰੇ ਜਾਂਦੇ ਆ। ਭਾਈ ਗੜੀਆ ਜੀ ਨੂੰ ਪਤਾ ਲੱਗ ਗਿਆ ਕਿ ਫਕੀਰ ਜਿਹੜਾ ਹੈ ਉਹ ਇਹ ਸੋਚ ਰਿਹਾ ਕਿ ਇਸ ਦੇ ਕੋਲ ਮਾਇਆ ਨਹੀਂ ਹੈ, ਪੈਸੇ ਨਹੀਂ ਹੈ, ਟੁੱਟੀ ਜੁੱਤੀ ਪਾਈ ਹੈ, ਮੈਂ ਇਹਨੂੰ ਅੱਗੇ ਜਾ ਕੇ ਬਾਜ਼ਾਰ ਨੂੰ ਜੁੱਤੀ ਲੈ ਕੇ ਜਾਊਂਗਾ। ਇੱਕ ਜਗ੍ਹਾ ਫਕੀਰ ਉਹ ਵਾਪਸ ਕਰਨਾ ਭਾਈ ਗੜੀਆ ਜੀ ਨੂੰ। ਫਕੀਰ ਨੂੰ ਕਹਿੰਦੇ ਆ, ਫਕੀਰ ਜੀ ਆ ਸੱਜੇ ਖੱਬੇ ਮਾੜਾ ਝੱਕ ਕੀ ਦੱਸਦਾ? ਕਹਿੰਦੇ ਜਦੋਂ ਫਕੀਰ ਨੇ ਸੱਜੇ ਖੱਬੇ ਨਿਗਾਹ ਮਾਰੀ ਨਾ ਤੇ ਸੱਜੇ ਖੱਬੇ ਜਿਹੜੇ ਪੱਥਰ ਪਏ ਸੀ, ਹੋਰ ਪਏ ਸੀ, ਹੀਰੇ ਮੋਤੀ ਤੇ ਸੋਨੇ ਦੇ ਜੁੜੇ ਗਏ। ਉਸੇ ਵੇਲੇ ਫਕੀਰ ਨੂੰ ਸਮਝ ਲੱਗ ਗਈ ਭਾਈ ਗੜੀਆ ਜੀ ਦੇ ਅੱਗੇ ਹੱਥ ਨੂੰ। ਫਿਰ ਭਾਈ ਗੜੀਆ ਜੀ ਕਹਿਣ ਲੱਗੇ, ਕਹਿੰਦੇ ਉਹ ਭਾਈ ਫਕੀਰ ਜੀ ਜਿਹੜਾ ਮੁਕਤ ਹੁੰਦਾ ਨਾ, ਮੁਕਤ ਉਹਨੂੰ ਕਿਸੇ ਚੀਜ਼ ਦੀ ਤਮਾ ਨਹੀਂ ਹੁੰਦੀ। ਇਹ ਤੁਸੀਂ ਪੂਰਾ ਸੋਚ ਲਿਆ ਕਿ ਇਹਦੇ ਕੋਲ ਪੈਸਿਆਂ ਦੀ ਕਮੀ ਹੈ, ਪਰ ਕਹਿੰਦੇ ਜਿਹੜਾ ਮੁਕਤ ਹੁੰਦਾ ਹੈ ਮਾਇਆ ਉਹਦੇ ਅੱਗੇ ਪਿੱਛੇ ਸੱਜੇ ਖੱਬੇ ਲੱਗਦੀ, ਪਰ ਉਹ ਪਰਵਾਹ ਨਹੀਂ ਕਰਦਾ ਹੁੰਦਾ, ਉਹ ਬੇਪਰਵਾਹ ਹੁੰਦਾ ਹੈ। ਉਹਦੇ ਲਈ ਉਹ ਮਿੱਟੀ ਦੇ ਸਮਾਨ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਪੈਸੇ ਨਹੀਂ ਜਾਤੇ ਕੰਚਨ ਮਾਟੀ। ਇੱਥੋਂ ਤੱਕ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਜਿਹੜਾ ਮੁਕਤ ਹੁੰਦਾ ਉਹ ਮਾਨ ਤੇ ਅਪਮਾਨ ਦੀ ਵੀ ਪਰਵਾਹ ਨਹੀਂ ਕਰਦਾ। ਜੇ ਚਾਰ ਬੰਦੇ ਸਨਮਾਨ ਦੇ ਦੇਣ ਖੁਸ਼ ਨਹੀਂ ਹੁੰਦਾ, ਜੇ ਇੱਕ ਅੱਧਾ ਬੰਦਾ ਅਪਮਾਨ ਕਰਦੇ ਦੁਖੀ ਨਹੀਂ। ਤੇ ਐਸਾ ਪੁਰਖ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਨਾਲ ਜੁੜਿਆ ਹੁੰਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ। ਜਿਵੇਂ ਪਾਣੀ ਪਾਣੀ ਨਾਲ ਲੀਨ ਹੁੰਦਾ ਨਾ, ਇਸ ਤਰ੍ਹਾਂ ਉਹ ਪੁਰਖ ਪਰਮੇਸ਼ਵਰ ਚ ਲੀਨ ਹੁੰਦਾ ਹੈ। ਤੇ ਜਿਹੜਾ ਪਰਮੇਸ਼ਵਰ ਚ ਲੀਨ ਹੁੰਦਾ, ਜਿਹੜਾ ਵਾਹਿਗੁਰੂ ਚ ਲੀਨ ਹੁੰਦਾ, ਗੁਰੂ ਨਾਲ ਜੁੜਿਆ ਪੁਰਖ, ਉਹ ਗੁਰੂ ਪਿਆਰਿਓ ਆਪ ਵੀ ਮੁਕਤ ਹੁੰਦਾ ਹੈ, ਹੋਰਨਾਂ ਨੂੰ ਮੁਕਤ ਕਰਨ ਦੀ ਸਮਰੱਥਾ ਰੱਖਦਾ ਹੈ, ਸਮਰੱਥਾ ਰੱਖਦਾ ਹੈ। ਤੇ ਐਸੇ ਪੁਰਖ ਨੂੰ ਹਮੇਸ਼ਾ ਨਮਸਕਾਰ ਕਰਨੀ ਹੁੰਦੀ। ਅਕਾਲ ਪੁਰਖ ਨੂੰ ਨਮਸਕਾਰ, ਕਿਉਂਕਿ ਉਹ ਮੁਕਤ ਹੈ। ਗੁਰੂ ਨੂੰ ਨਮਸਕਾਰ, ਕਿਉਂਕਿ ਉਹ ਮੁਕਤ ਹੈ। ਔਰ ਉਸ ਪੁਰਖ ਨੂੰ ਵੀ ਨਮਸਕਾਰ ਜਿਹੜਾ ਗੁਰੂ ਨਾਲ ਮਿਲ ਕੇ ਅਕਾਲ ਪੁਰਖ ਸਮਾ ਗਿਆ, ਕਿਉਂਕਿ ਉਹ ਵੀ ਮੁਕਤ ਹੈ। ਬਾਣੀ ਦੇ ਵਿੱਚ ਇੱਕ ਬਚਨ ਹੈ ਸਤਿਗੁਰਾਂ ਦਾ, ਕਹਿੰਦੇ ਮੁਕਤ ਦੀ ਸੇਵਾ ਹੈ ਮੁਕਤਾ ਹੋਣਾ। ਕਹਿੰਦੇ ਉਹ ਮੁਕਤ ਹੋ ਸਕਦਾ ਜਿਹੜਾ ਮੁਕਤ ਨੂੰ ਮੰਨਦਾ। ਜਿਹੜਾ ਬੰਧਨ ਦੇ ਵਿੱਚ ਹੈ ਉਹ ਕਿਸੇ ਦੂਜੇ ਨੂੰ ਬੰਧਨ ਤੋਂ ਰਹਿਤ ਨਹੀਂ ਕਰ ਸਕਦਾ। ਜਿਹੜਾ ਖੁਦ ਕਾਮ ਦੇ ਵਿੱਚ ਫਸਿਆ ਹੈ, ਕ੍ਰੋਧ ਦੇ ਵਿੱਚ ਫਸਿਆ, ਲੋਭ ਵਿੱਚ ਫਸਿਆ, ਮੋਹ 'ਚ ਫਸਿਆ, ਹੰਕਾਰ 'ਚ ਫਸਿਆ, ਉਹ ਕਿਸੇ ਨੂੰ ਨਹੀਂ ਬਚਾ ਸਕਦਾ ਇਹਨਾਂ ਵਿਕਾਰਾਂ ਤੋਂ। ਕੋਈ ਬਚਾ ਸਕਦਾ ਜਿਹੜਾ ਇਹਨਾਂ ਵਿਕਾਰਾਂ ਤੋਂ ਖੁਦ ਰਹਿਤ ਹੈ। ਸਿੱਖਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਿਆਰਿਓ। ਐਸਾ ਪੁਰਖ ਕਿੱਥੋਂ ਲੱਭੀਏ? ਹੁਣ ਤਖ਼ਤ ਤਖ਼ਤ ਦੇ ਉੱਤੇ ਪ੍ਰਕਾਸ਼ਮਾਨ ਹੈ ਗੁਰੂ ਜੀ ਅਕਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ।
ਫਿਕਰ ਉਹ ਕਰਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਨਹੀਂ ਮੰਨਿਆ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸੀਸ ਝੁਕਾਉਂਦਾ ਹੈ, ਉਹਨੂੰ ਗੁਰੂ ਪਿਆਰੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਉਹਦੇ ਕੋਲੇ ਮੁਕਤ ਹੈ ਜਿਹਦੇ ਨਾਲ ਜੁੜ ਕੇ ਮੁਕਤ ਹੋਇਆ ਜਾ ਸਕਦਾ ਹੈ। ਜਿਨ੍ਹਾਂ ਮਹਾਂਪੁਰਖਾਂ ਦੀ ਅਸੀਂ ਬਰਸੀ ਮਨਾ ਰਹੇ ਹਾਂ, ਇਹ ਗਵਾਹੀ ਹੈ ਕਿ ਇਸ ਗੁਰੂ ਨਾਲ ਜੁੜ ਕੇ ਮੁਕਤ ਹੋਇਆ ਜਾ ਸਕਦਾ ਹੈ। ਹੋ ਜਾਂਦਾ ਹੈ ਗੁਰੂ ਪਿਆਰਿਓ, ਜਾ ਸਕਦਾ ਨਹੀਂ ਹੈ, ਹੋ ਜਾਂਦਾ ਹੈ। ਕਿਸੇ ਹੋਰ ਪਾਸੇ ਭੱਜਣ ਦੀ ਲੋੜ ਨਹੀਂ, ਕਿਸੇ ਹੋਰ ਪਾਸੇ ਝਾਕਣ ਦੀ ਲੋੜ ਨਹੀਂ ਹੈ। ਗੁਰੂ ਪਿਆਰਿਓ, ਗੁਰੂ ਨਾਨਕ ਦੇ ਸਿੱਖ, ਜੇ ਕੋਈ ਗੁਰੂ ਨਾਨਕ ਦਾ ਸਿੱਖ ਅਖਵਾਉਣ ਵਾਲਾ ਜਾਂ ਕੋਈ ਗੁਰੂ ਨਾਨਕ ਦੇ ਘਰ ਦਾ ਪਰਿਵਾਰ ਅਖਵਾਉਣ ਵਾਲਾ, ਉਹਦੇ ਵਿੱਚੋਂ ਕੋਈ ਜੀ ਉੱਠ ਕੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਭੱਜਦਾ ਨਾ ਗੁਰੂ ਪਿਆਰਿਓ, ਤੇ ਕੁਛ ਨਹੀਂ ਮਿਲਣਾ। ਕਿਉਂ? ਕਿਉਂਕਿ ਜੇ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਨਹੀਂ ਨਾ ਮਿਲਿਆ, ਤੇ ਪੁਰਖਾਂ ਤੈਨੂੰ ਮਿਲਣਾ ਕਦੋਂ ਵੀ ਨਹੀਂ ਹੈ, ਜਿੱਥੇ ਮਰਜ਼ੀ ਭੱਜ। ਜੇ ਐਡੇ ਵੱਡੇ ਦਰ ਨੂੰ ਛੱਡ ਕੇ ਤੂੰ ਹੋਰ ਪਾਸੇ ਤੁਰ ਗਿਆ ਨਾ ਪੁਰਖਾਂ, ਤੇ ਮੈਨੂੰ ਇੱਥੋਂ ਨਹੀਂ ਮਿਲਿਆ ਉੱਥੋਂ ਮਿਲ ਜੂ। ਜੇ ਇੱਥੋਂ ਨਹੀਂ ਮਿਲਿਆ ਤੇ ਕਿਤੋਂ ਨਹੀਂ ਮਿਲਣਾ, ਜਦੋਂ ਮਿਲਣਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਮਿਲਣਾ। ਇੱਕ ਗੱਲ ਚੇਤੇ ਰੱਖਣੀ, ਦੇਰ ਮਿਲੇ ਸਵੇਰ ਮਿਲੇ, ਹਨੇਰ ਮਿਲੇ ਅੱਜ ਮਿਲੇ ਕੱਲ੍ਹ ਮਿਲੇ ਪਰਸੋਂ ਮਿਲੇ, ਜਦੋਂ ਖੁਸ਼ੀ ਮਿਲਣੀ ਹੈ, ਜਦੋਂ ਕੁਝ ਮਿਲਣਾ ਹੈ, ਉਹ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਮਿਲਣਾ ਹੈ। ਗੁਰੂ ਪਿਆਰਿਓ, ਐਵੇਂ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਗਿਆਨ ਧਿਆਨ ਕਿਛੁ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਅਗਵਰਤੀ।